ਗੁੱਡ ਮਾਰਨਿੰਗ ਬੇਟਾ। ਅੱਜ ਆਪਾਂ ਜਿਹੜਾ ਪੰਜਾਬੀ ਦਾ ਪਾਠ ਪੜ੍ਹਾਂਗੇ, ਪਾਠ ਤੀਜਾ ਪ੍ਰੀਖਿਆ। ਇਸ ਪਾਠ 'ਚ ਇਹ ਦੱਸਿਆ ਗਿਆ ਵੀ ਇੱਕ ਇਨਸਾਨ ਕਿਵੇਂ ਆਪਣੇ ਚੰਗੇ ਗੁਣਾਂ ਕਰਕੇ ਪ੍ਰੀਖਿਆ ਵਿੱਚੋਂ ਸਫਲ ਹੋ ਸਕਦਾ ਹੈ। ਹਾਂਜੀ, ਜਦੋਂ ਰਿਆਸਤ ਦੀਵਾਨਗੜ੍ਹ ਦਾ ਦੀਵਾਨ ਸਰਦਾਰ ਸੁਜਾਨ ਸਿੰਘ ਬਜ਼ੁਰਗ ਹੁੰਦਾ ਰਾਜੇ ਬੁੱਢਾ ਹੋ ਗਿਆ ਤਾਂ ਉਸਨੂੰ ਪਰਮਾਤਮਾ ਦੀ ਯਾਦ ਆਈ। ਜਾ ਕੇ ਮਹਾਰਾਜ ਕੋਲ ਬੇਨਤੀ ਕੀਤੀ ਕਿ ਗਰੀਬਾਂ ਦੇ ਦਾਤੇ ਦਾਸ ਨੇ ਸ਼੍ਰੀਮਾਨ ਦੀ ਸੇਵਾ 40 ਸਾਲ ਤੱਕ ਕੀਤੀ। ਹੁਣ ਮੇਰੀ ਉਮਰ ਵੀ ਢਲ ਗਈ ਹੈ ਅਤੇ ਰਾਜ ਕਾਜ ਸੰਭਾਲਣ ਦੀ ਸ਼ਕਤੀ ਵੀ ਨਹੀਂ ਰਹੀ। ਕਿਤੇ ਭੁੱਲ ਚੁੱਕ ਹੋ ਗਈ ਤਾਂ ਬੁਢਾਪੇ ਵਿੱਚ ਦਾਗ ਲੱਗ ਜਾਊ। ਸਾਰੀ ਜ਼ਿੰਦਗੀ ਦੀ ਨੇਕ ਨਾਮੀ ਮਿੱਟੀ ਵਿੱਚ ਮਿਲ ਜਾਊ। ਰਾਜਾ ਸਾਹਿਬ ਆਪਣੇ ਅਨੁਭਵੀ ਨੀਤੀਵਾਨ ਦੀਵਾਨ ਦਾ ਬੜਾ ਆਦਰ ਕਰਦੇ ਸਨ। ਬੜਾ ਸਮਝਾਇਆ, ਪਰ ਜਦੋਂ ਦੀਵਾਨ ਸਾਹਿਬ ਨਾ ਮੰਨੀ ਤਾਂ ਹਾਰ ਕੇ ਉਸ ਦੀ ਪ੍ਰਾਰਥਨਾ ਮੰਨ ਲਈ, ਪਰ ਇਹ ਸ਼ਰਤ ਲਾ ਦਿੱਤੀ ਕਿ ਰਿਆਸਤ ਲਈ ਨਵਾਂ ਦੀਵਾਨ ਤੁਹਾਨੂੰ ਹੀ ਲੱਭਣਾ ਪਵੇਗਾ। ਦੂਜੇ ਦਿਨ ਦੇਸ਼ ਦੀਆਂ ਪ੍ਰਸਿੱਧ ਹੁੰਦਾ ਬੇਟੇ ਮਸ਼ਹੂਰ ਅਖਬਾਰਾਂ ਵਿੱਚ ਵਿਗਿਆਪਨ ਹੁੰਦਾ, ਇਸ਼ਤਿਹਾਰ ਨਿਕਲਿਆ ਕਿ ਦੀਵਾਨਗੜ੍ਹ ਲਈ ਇੱਕ ਯੋਗ ਦੀਵਾਨ ਦੀ ਜ਼ਰੂਰਤ ਹੈ। ਜਿਹੜਾ ਸੱਜਣ ਆਪਣੇ ਆਪ ਨੂੰ ਇਸ ਪਦਵੀ ਦੇ ਯੋਗ ਸਮਝੇ ਉਹ ਵਰਤਮਾਨ ਸਰਦਾਰ ਸੁਜਾਨ ਸਿੰਘ ਦੀ ਸੇਵਾ ਵਿੱਚ ਹਾਜ਼ਰ ਹੋਵੇ। ਇਹ ਜ਼ਰੂਰੀ ਨਹੀਂ ਕਿ ਉਹ ਗ੍ਰੈਜੂਏਟ ਹੋਵੇ, ਪਰ ਸਿਹਤਮੰਦ ਹੋਣਾ ਜ਼ਰੂਰੀ ਹੈ। ਕਮਜ਼ੋਰ ਬੰਦੇ ਨੂੰ ਇੱਥੋਂ ਤੱਕ ਆਉਣ ਦਾ ਕਸ਼ਟ ਕਰਨ ਦੀ ਲੋੜ ਨਹੀਂ। 1 ਮਹੀਨੇ ਤੱਕ ਉਮੀਦਵਾਰਾਂ ਦੇ ਰਹਿਣ ਸਹਿਣ ਅਤੇ ਆਚਾਰ ਵਿਹਾਰ ਦੀ ਪਰਖ ਕੀਤੀ ਜਾਵੇਗੀ। ਜਿਹੜਾ ਉਮੀਦਵਾਰ ਇਸ ਪ੍ਰੀਖਿਆ ਵਿੱਚ ਖਰਾ ਉਤਰੇਗਾ ਉਹ ਇਸ ਉੱਚ ਪਦਵੀ 'ਤੇ ਸੁਸ਼ੋਭਿਤ ਹੋਵੇਗਾ। ਇਸ ਵਿਗਿਆਪਨ ਨੇ ਸਾਰੇ ਦੇਸ਼ ਵਿੱਚ ਤਹਿਲਕਾ ਮਚਾ ਦਿੱਤਾ। ਅਜਿਹੀ ਉੱਚੀ ਪਦਵੀ 'ਤੇ ਕਿਸੇ ਪ੍ਰਕਾਰ ਦੀ ਬੰਦਸ਼ ਨਹੀਂ ਸੀ, ਕੇਵਲ ਕਰਮਾਂ ਦੀ ਖੇਡ ਸੀ। ਸੈਂਕੜੇ ਆਦਮੀ ਆਪਣੀ ਕਿਸਮਤ ਪਰਖਣ ਲਈ ਚੱਲ ਪਏ। ਦੀਵਾਨਗੜ੍ਹ ਵਿੱਚ ਨਵੇਂ ਅਤੇ ਰੰਗ ਬਿਰੰਗੇ ਮਨੁੱਖ ਦਿਖਾਈ ਦੇਣ ਲੱਗੇ। ਹਰ ਰੇਲ ਗੱਡੀ ਤੋਂ ਉਮੀਦਵਾਰਾਂ ਦਾ ਇੱਕ ਮੇਲਾ ਜਿਹਾ ਉਤਰਦਾ। ਕੋਈ ਪੰਜਾਬ ਤੋਂ ਆਉਂਦਾ, ਕੋਈ ਮਦਰਾਸ ਤੋਂ, ਕੋਈ ਨਵੇਂ ਫੈਸ਼ਨ ਦਾ ਪ੍ਰੇਮੀ, ਕੋਈ ਪੁਰਾਣੀ ਸਾਦਗੀ 'ਤੇ ਮਿਟਿਆ ਹੋਇਆ। ਪੰਡਤਾਂ ਅਤੇ ਮੌਲਵੀਆਂ ਨੂੰ ਵੀ ਆਪਣੇ ਭਾਗ ਪਰਖਣ ਦਾ ਮੌਕਾ ਮਿਲਿਆ। ਕਈ ਵਿਚਾਰੇ ਸਰਟੀਫਿਕੇਟ ਦੇ ਨਾਂ 'ਤੇ ਰੋਂਦੇ ਸਨ। ਇੱਥੇ ਉਸ ਦੀ ਕੋਈ ਲੋੜ ਨਹੀਂ ਸੀ। ਰੰਗੀਨ ਪਰਨੇ, ਚੋਗੇ ਅਤੇ ਵੱਖ ਤਰ੍ਹਾਂ ਦੀਆਂ ਅਚਕਨਾਂ ਅਤੇ ਟੋਪੀਆਂ ਦੀਵਾਨਗੜ੍ਹ ਵਿੱਚ ਆਪਣੀ ਚਮਕ ਦਮਕ ਦਿਖਾਉਣ ਲੱਗੀਆਂ, ਪਰ ਸਭ ਤੋਂ ਵੱਧ ਗਿਣਤੀ ਗ੍ਰੈਜੂਏਟਾਂ ਦੀ ਸੀ, ਕਿਉਂਕਿ ਸਰਟੀਫਿਕੇਟ ਦਾ ਝੰਜਟ ਨਾ ਹੋਣ ਕਰਕੇ ਵੀ ਸਰਟੀਫਿਕੇਟ ਨਾਲ ਪਰਦਾ ਤਾਂ ਢਕਿਆ ਰਹਿੰਦਾ ਹੈ। ਸਰਦਾਰ ਸੁਜਾਨ ਸਿੰਘ ਨੇ ਇਹਨਾਂ ਦੇ ਆਦਰ ਸਤਿਕਾਰ ਲਈ ਬੜਾ ਵਧੀਆ ਪ੍ਰਬੰਧ ਕਰ ਦਿੱਤਾ ਸੀ। ਲੋਕ ਆਪਣੇ ਕਮਰਿਆਂ ਵਿੱਚ ਬੈਠੇ ਹੋਏ ਰੋਜ਼ੇਦਾਰ ਮੁਸਲਮਾਨਾਂ ਵਾਂਗ ਮਹੀਨੇ ਦੇ ਦਿਨ ਗਿਣ ਰਹੇ ਸਨ। ਹਰ ਉਮੀਦਵਾਰ ਆਪਣੇ ਜੀਵਨ ਨੂੰ ਆਪਣੀ ਬੁੱਧੀ ਮਤਲਬ ਅਕਲ ਮੁਤਾਬਕ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਹੜੇ ਮਿਸਟਰ ਸਵੇਰ ਦੇ 9 ਵਜੇ ਤੱਕ ਸੌਂਦੇ ਸਨ, ਅੱਜ ਕੱਲ੍ਹ ਉਹ ਬਗੀਚੇ ਵਿੱਚ ਟਹਿਲਦੇ ਚੜ੍ਹਦੇ ਸੂਰਜ ਦੇ ਦਰਸ਼ਨ ਕਰਦੇ ਸਨ। ਜਿਨ੍ਹਾਂ ਨੂੰ ਹੁੱਕਾ ਪੀਣ ਦੀ ਆਦਤ ਸੀ, ਅੱਜ ਕੱਲ੍ਹ ਕਾਫੀ ਰਾਤ ਗਏ ਦਰਵਾਜ਼ਾ ਬੰਦ ਕਰਕੇ ਸਿਗਾਰ ਪੀਂਦੇ ਸਨ। ਮਿਸਟਰ ਦੱਦਾ ਸੱਸਾ ਜੱਜਾ ਨੇ ਆਪਣੇ ਘਰਾਂ ਵਿੱਚ ਨੌਕਰਾਂ ਦੀ ਨੱਕ ਵਿੱਚ ਦਮ ਕੀਤਾ ਹੋਇਆ ਸੀ, ਪਰ ਇਹ ਸੱਜਣ ਅੱਜ ਕੱਲ੍ਹ ਤੁਸੀਂ ਅਤੇ ਜਨਾਬ ਹੁੰਦਾ ਸ਼੍ਰੀਮਾਨ ਕਹੇ ਬਗੈਰ ਗੱਲ ਨਹੀਂ ਸਨ ਕਰਦੇ। ਕੱਕਾ ਨਾਸਤਿਕ ਸੀ, ਹਕਸਲੇ ਦਾ ਉਪਾਸਕ, ਪਰ ਅੱਜ ਕੱਲ੍ਹ ਉਹਨਾਂ ਦੀ ਧਰਮ ਪ੍ਰਤੀ ਨਿਸ਼ਠਾ ਦੇਖ ਕੇ ਪੁਜਾਰੀ ਨੂੰ ਵੀ ਆਪਣੀ ਨੌਕਰੀ ਤੋਂ ਹਟਾਏ ਜਾਣ ਦਾ ਡਰ ਲੱਗਣ ਲੱਗ ਪਿਆ ਸੀ। ਮਿਸਟਰ ਲੱਲਾ ਨੂੰ ਕਿਤਾਬਾਂ ਨਾਲ ਨਫ਼ਰਤ ਸੀ, ਪਰ ਅੱਜ ਕੱਲ੍ਹ ਉਹ ਵੱਡੇ ਗ੍ਰੰਥ ਦੇਖਣ ਪੜ੍ਹਨ ਵਿੱਚ ਰੁੱਝੇ ਰਹਿੰਦੇ। ਜਿਸ ਨਾਲ ਗੱਲ ਹੁੰਦੀ ਉਹ ਨਿਮਰਤਾ ਅਤੇ ਸਦਾਚਾਰ ਹੁੰਦਾ ਬੇਟੇ ਚੰਗਾ ਆਚਰਣ ਦਾ ਦੇਵਤਾ ਬਣ ਜਾਂਦਾ। ਸ਼ਰਮਾ ਜੀ ਪਹਿਰ ਰਾਤ ਤੋਂ ਹੀ ਵੇਦ ਮੰਤਰ ਪੜ੍ਹਨ ਲੱਗਦੇ ਅਤੇ ਮੌਲਵੀ ਜੀ ਨਮਾਜ਼ ਤੋਂ ਬਿਨਾਂ ਕੋਈ ਕੰਮ ਨਾ ਕਰਦੇ। ਲੋਕ ਸਮਝਦੇ ਕਿ 1 ਮਹੀਨੇ ਦਾ ਝੰਜਟ ਹੁੰਦਾ ਬੇਟਾ ਮੁਸੀਬਤ, ਕਿਸੇ ਤਰ੍ਹਾਂ ਕੱਟ ਲਓ। ਜੇ ਕਿਤੇ ਕੰਮ ਬਣ ਗਿਆ ਤਾਂ ਕੌਣ ਪੁੱਛਦਾ ਹੈ, ਪਰ ਲੋਕਾਂ ਨੂੰ ਉਹ ਬਜ਼ੁਰਗ ਜੌਹਰੀ ਲੁੱਕ ਕੇ
ਦੇਖ ਰਿਹਾ ਸੀ। ਇਹਨਾਂ ਬਗਲਿਆਂ ਵਿੱਚ ਹੰਸ ਕਿੱਥੇ ਲੁਕਿਆ ਹੋਇਆ ਹੈ। ਇੱਕ ਦਿਨ ਨਵੇਂ ਫੈਸ਼ਨ ਵਾਲਿਆਂ ਨੂੰ ਸੁੱਝਿਆ ਕਿ ਆਪਸ ਵਿੱਚ ਹਾਕੀ ਖੇਡੀ ਜਾਏ। ਇਹ ਯੋਜਨਾ ਹਾਕੀ ਦੇ ਹੰਢੇ ਹੋਏ ਖਿਡਾਰੀਆਂ ਨੇ ਸੁਝਾਈ। ਇਹ ਵੀ ਤਾਂ ਆਖਰ ਇੱਕ ਪੜ੍ਹਾਈ ਹੈ, ਇਸ ਨੂੰ ਕਿਉਂ ਲੁਕਾ ਕੇ ਰੱਖੀਏ। ਹੋ ਸਕਦਾ ਹੈ ਕੁਝ ਹੱਥਾਂ ਦੀ ਸਫਾਈ ਹੀ ਕੰਮ ਕਰ ਜਾਏ। ਚਲੋ ਤੈਅ ਹੋ ਗਿਆ, ਫੀਲਡ ਬਣ ਗਿਆ, ਖੇਡ ਸ਼ੁਰੂ ਹੋ ਗਈ ਤੇ ਗੇਂਦ ਇੱਧਰ ਉੱਧਰ ਰੁੜਨ ਲੱਗੀ। ਰਿਆਸਤ ਦੀਵਾਨਗੜ੍ਹ ਵਿੱਚ ਇਹ ਖੇਡ ਬਿਲਕੁਲ ਨਵੀਂ ਸੀ। ਪੜ੍ਹੇ ਲਿਖੇ ਭਲੇ ਮਾਨਸ ਹੁੰਦਾ ਸ਼ਰੀਫ ਲੋਕ ਸ਼ਤਰੰਜ ਅਤੇ ਤਾਸ਼ ਵਰਗੀਆਂ ਗੰਭੀਰ ਖੇਡਾਂ ਖੇਡਦੇ ਸਨ। ਭੱਜ ਦੌੜ ਬੱਚਿਆਂ ਦੀ ਖੇਡ ਸਮਝੀ ਜਾਂਦੀ ਸੀ। ਖੇਡ ਬੜੇ ਉਤਸ਼ਾਹ ਨਾਲ ਚੱਲ ਰਹੀ ਸੀ। ਧਾਵਾ ਹੁੰਦਾ ਰਾਜੇ ਹਮਲਾ। ਧਾਵਾ ਕਰਨ ਵਾਲੇ ਲੋਕ ਜਦੋਂ ਤੇਜ਼ੀ ਨਾਲ ਦੌੜਦੇ ਤਾਂ ਲੱਗਦਾ ਕਿ ਕੋਈ ਲਹਿਰ ਵੱਧਦੀ ਜਾ ਰਹੀ ਹੈ, ਪਰ ਦੂਜੇ ਪਾਸਿਓਂ ਖਿਡਾਰੀ ਇਸ ਵੱਧਦੀ ਹੋਈ ਲਹਿਰ ਨੂੰ ਇਸ ਤਰ੍ਹਾਂ ਰੋਕ ਲੈਂਦੇ ਜਿਵੇਂ ਕੋਈ ਲੋਹੇ ਦੀ ਦੀਵਾਰ ਹੋਵੇ। ਸ਼ਾਮ ਤੱਕ ਇਹੀ ਰੌਣਕ ਰਹੀ। ਲੋਕ ਪਸੀਨੋ ਪਸੀਨੀ ਹੋ ਗਏ। ਖੂਨ ਦੀ ਗਰਮੀ ਅੱਖਾਂ ਉੱਤੇ ਚਿਹਰਿਆਂ ਤੋਂ ਝਲਕ ਰਹੀ ਸੀ। ਸਾਰੇ ਖਿਡਾਰੀ ਹਫਦੇ ਬੇਦਮ ਹੋ ਗਏ, ਪਰ ਹਾਰ ਜਿੱਤ ਦਾ ਫੈਸਲਾ ਹੁੰਦਾ ਨਤੀਜਾ ਨਾ ਹੋ ਸਕਿਆ। ਇੱਥੋਂ ਤੱਕ ਬੇਟਾ ਤੁਸੀਂ ਹਾਫ ਤੁਹਾਡਾ ਪਾਠ ਹੋ ਗਿਆ। ਇਹ ਤੁਸੀਂ ਪੜ੍ਹ ਲਿਓ, ਔਖੇ ਸ਼ਬਦਾਂ ਦੇ ਅਰਥ ਲਿਖ ਲਿਓ। ਓਕੇ ਬੇਟਾ, ਥੈਂਕ ਯੂ।